ਵੈਲਕਮ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਉੱਤੇ। ਕਿਤਾਬ ਆਮੋ ਸਾਹਮਣੇ, ਲੇਖਕ ਨਰਿੰਦਰ ਸਿੰਘ ਕਪੂਰ। ਲੇਖ ਦਾ ਨਾਮ ਸ਼ੱਕ, ਸਾੜਾ ਅਤੇ ਸਨਕੀਪੁਣਾ। ਜਿਸ ਨੂੰ ਅਸੀਂ ਨੇੜੋਂ ਵੇਖਿਆ ਹੋਵੇ ਉਸ ਨੂੰ ਮਹਾਨ ਮੰਨਣਾ ਸੰਭਵ ਨਹੀਂ ਹੁੰਦਾ, ਪਰ ਸਾੜਾ ਕਰਨ ਵਾਲੇ ਵਿਅਕਤੀ ਦੀ ਤਾਂਘ ਆਪਣੇ ਆਪ ਨੂੰ ਚੰਗੇਰਾ ਹੀ ਨਹੀਂ ਮਹਾਨ ਮਨਵਾਉਣ ਦੀ ਹੁੰਦੀ ਹੈ। ਇਸੇ ਲਈ ਜਿਉਂ-ਜਿਉਂ ਉਹ ਉੱਭਰਨ ਦਾ ਯਤਨ ਕਰਦਾ ਹੈ ਤਿਉਂ-ਤਿਉਂ ਉਹ ਨਿੱਘਰਦਾ ਜਾਂਦਾ ਹੈ। ਜਿੱਥੇ ਕਿਧਰੇ ਵੀ ਤਲਾਕ ਦੀ ਸਮੱਸਿਆ ਹੈ ਉੱਥੇ ਸਾੜੇ ਦੀ ਸਮੱਸਿਆ ਵੀ ਕਿਸੇ ਨਾ ਕਿਸੇ ਰੂਪ ਵਿੱਚ ਕਾਰਜਸ਼ੀਲ ਹੁੰਦੀ ਹੈ। ਆਪਣੇ ਦੋਸਤ ਦੀ ਨਿੰਦਾ ਸੁਣੀ ਜਾ ਸਕਦੀ ਹੈ, ਪਰ ਆਪਣੇ ਮਿੱਥੇ ਦੁਸ਼ਮਣ ਦੀ ਪ੍ਰਸ਼ੰਸਾ ਸੁਣਨੀ ਸੰਭਵ ਨਹੀਂ ਹੁੰਦੀ। ਚਿੜ ਜਾਣਾ, ਭੜਕ ਪੈਣਾ ਆਦਿ ਉਲਾਰ ਹੋਣ ਦੇ ਪ੍ਰਗਟਾਵੇ ਹਨ, ਪਰ ਚਿੜੇ ਰਹਿਣਾ ਅਤੇ ਭਟਕੇ ਰਹਿਣਾ ਸਨਕੀ ਪੁਣੇ ਦੀਆਂ ਅਲਾਮਤਾਂ ਹੁੰਦੀਆਂ ਹਨ। ਸਨਕੀ ਵਿਅਕਤੀ ਇਹ ਜਾਣਨ ਤੋਂ ਵੀ ਅਸਮਰੱਥ ਹੁੰਦਾ ਹੈ ਕਿ ਉਹ ਆਪ ਆਪਣੇ ਹੱਥੋਂ ਹੀ ਤਬਾਹ ਹੋ ਰਿਹਾ ਹੈ। ਸਨਕੀ ਵਿਅਕਤੀ ਨੂੰ ਇਸੇ ਕਰਕੇ ਨੀਂਦਰ ਦੀ ਸਮੱਸਿਆ ਹੁੰਦੀ ਹੈ, ਕਿਉਂਕਿ ਉਹ ਆਪਣੇ ਮਨ ਅਤੇ ਸਰੀਰ ਦੀਆਂ ਵਾਂਗਾਂ ਨੂੰ ਢਿੱਲੀਆਂ ਨਹੀਂ ਕਰਦਾ। ਸ਼ੱਕੀ ਅਤੇ ਸਨਕੀ ਵਿਅਕਤੀ ਪਤੀ ਪਤਨੀ ਦੇ ਰੂਪ ਵਿੱਚ ਇੱਕ ਦੂਜੇ ਦੀ ਜਾਸੂਸੀ ਕਰਦੇ ਹਨ। ਉਹ ਇੱਕ ਦੂਜੇ ਦੀਆਂ ਚਿੱਠੀਆਂ ਪੜ੍ਹ ਕੇ ਆਪਣੇ ਮਨਾਂ ਵਿੱਚ ਸ਼ੰਕਿਆਂ ਨੂੰ ਭਕਿਆਉਂਦੇ ਹਨ। ਸਾੜੇ ਦਾ ਸ਼ਿਕਾਰ ਵਿਅਕਤੀ ਇਹ ਪ੍ਰਭਾਵ ਦੇਣ ਦਾ ਯਤਨ ਕਰੇਗਾ ਕਿ ਉਸ ਵਿੱਚ ਅੰਤਾਂ ਦਾ ਸਵੈ ਵਿਸ਼ਵਾਸ ਹੈ ਅਤੇ ਉਹ ਕੁਝ ਵੀ ਜਾਣਨ ਦਾ ਦਾਅਵਾ ਕਰੇਗਾ ਜੋ ਕਦੇ ਵਾਪਰਿਆ ਹੀ ਨਹੀਂ ਹੁੰਦਾ। ਉਹ ਇਹ ਵੀ ਭਰਮ ਉਸਾਰੇਗਾ ਕਿ ਉਸ ਨੂੰ ਕੁਝ ਵੀ ਸਮਝਣ ਵਿੱਚ ਕੋਈ ਭੁਲੇਖਾ ਨਹੀਂ ਲੱਗਿਆ। ਵਿਸ਼ਾ ਕੋਈ ਹੋਵੇ ਉਸ ਦਾ ਤਰਕ ਉਹੀ ਹੋਵੇਗਾ। ਸਮਾਂ ਪਹਿਰ ਕੋਈ ਹੋਵੇ ਉਹ ਇੱਕੋ ਰਾਗ ਅਲਾਪੇਗਾ। ਅਸੀਂ ਆਪਣੇ ਆਪ ਨੂੰ ਆਪਣੇ ਰੁਤਬੇ, ਪ੍ਰਾਪਤੀਆਂ, ਮਿੱਤਰਾਂ ਅਤੇ ਜਾਇਦਾਦਾਂ ਦੇ ਸੰਦਰਭ ਵਿੱਚ ਸੋਚਦੇ ਪਰਖਦੇ ਹਾਂ। ਕੁਝ ਪ੍ਰਾਪਤ ਕਰਨ ਨੂੰ ਅਸੀਂ ਇਸ ਗੱਲ ਦਾ ਪ੍ਰਮਾਣ ਸਮਝਣ ਲੱਗ ਪੈਂਦੇ ਹਾਂ ਕਿ ਅਸੀਂ ਚੰਗੇਰੇ ਮਨੁੱਖ ਹਾਂ, ਪਰ ਜੋ ਕੁਝ ਪ੍ਰਾਪਤ ਕਰਨਾ ਚਾਹੀਦਾ ਸੀ ਜੇ ਨਹੀਂ ਹੋਇਆ ਤਾਂ ਅਸੀਂ ਆਪਣੇ ਆਪ ਨੂੰ ਅੱਧੇ ਅਧੂਰੇ ਸਮਝਣ ਲੱਗ ਪੈਂਦੇ ਹਾਂ, ਅਤੇ ਜੋ ਕੁਝ ਸਾਡੇ ਕੋਲ ਨਹੀਂ ਹੁੰਦਾ ਸਾਡੀ ਬਿਰਤੀ ਅਤੇ ਲਿਵ ਉਸੇ ਵਿੱਚ ਅਟਕ ਜਾਂਦੀ ਹੈ ਅਤੇ ਅਸੀਂ ਉਦਾਸ ਹੋ ਜਾਂਦੇ ਹਾਂ। ਇਸੇ ਨੂੰ ਹੀਣਤਾ ਦੀ ਭਾਵਨਾ ਕਹਿੰਦੇ ਹਨ। ਆਪਣੇ ਆਪ ਨੂੰ ਦੋਸ਼ ਦੇਣ ਦੀ ਥਾਂ ਹੀਣ ਵਿਅਕਤੀ ਦੂਜਿਆਂ ਦੀ ਨਿੰਦਾ ਅਤੇ ਆਪਣੀ ਪ੍ਰਸ਼ੰਸਾ ਆਪ ਕਰਨ ਲੱਗ ਪੈਂਦਾ ਹੈ। ਅਜਿਹਾ ਵਿਅਕਤੀ ਆਪਣੇ ਘਰ ਦੇ ਜੀਆਂ ਨਾਲ ਖਿਝਿਆ ਰਹਿੰਦਾ ਹੈ, ਚੀਜ਼ਾਂ ਤੋੜਦਾ ਹੈ ਅਤੇ ਆਪਣੇ ਤਨ ਅਤੇ ਮਨ ਦੋਹਾਂ ਨੂੰ ਜ਼ਖਮੀ ਕਰਦਾ ਹੈ। ਉਹ ਪਰਿਵਾਰ ਦਾ ਮਲਾਹ ਨਹੀਂ, ਤਾਨਾਸ਼ਾਹ ਬਣਨਾ ਚਾਹੁੰਦਾ ਹੈ। ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਕਾਰਨ ਅਜਿਹਾ ਵਿਅਕਤੀ ਆਪਣੀਆਂ ਅੱਖਾਂ, ਨੱਕ, ਕੰਨਾਂ ਨੂੰ ਵਧੇਰੇ ਤੀਬਰਤਾ ਨਾਲ ਵਰਤਦਾ ਹੈ। ਅਜਿਹੇ ਵਿਅਕਤੀ ਕਿਸੇ ਦਾ ਸਾਥ ਨਹੀਂ ਬਣਦੇ ਅਤੇ ਕਿਸੇ ਦਾ ਸਾਥ ਮਾਣ ਵੀ ਨਹੀਂ ਸਕਦੇ। ਉਹ ਜਿਸ ਚੀਜ਼ 'ਤੇ ਕਬਜ਼ਾ ਕਰਦੇ ਹਨ ਉਸ ਨੂੰ ਨਿੰਦਦੇ ਹਨ। ਸਨਕੀ ਵਿਅਕਤੀ ਇਹ ਮੰਨਣ ਲਈ ਤਿਆਰ ਨਹੀਂ ਹੁੰਦੇ ਕਿ ਇਹ ਸਨਕੀ ਬਿਰਤੀ ਉਹਨਾਂ ਦੀ ਨਿੱਜੀ ਸਮੱਸਿਆ ਹੈ। ਉਹ ਆਪਣੀ ਸਮੱਸਿਆ ਨੂੰ ਦੂਜਿਆਂ ਦੀ ਉਪਜਾਈ ਹੋਈ ਮਨਵਾਉਣ ਲਈ ਬੇਜ਼ਿੱਦ ਹੁੰਦੇ ਹਨ। ਸਨਕੀ ਵਿਅਕਤੀ ਕੋਲ ਤਰਕ ਨਹੀਂ ਹੁੰਦਾ, ਪਰ ਉਹ ਜਿੱਦ ਕਰਦਾ ਹੈ ਕਿ ਕੇਵਲ ਉਹੀ ਤਰਕ ਦੀ ਗੱਲ ਕਰਦਾ ਹੈ। ਅਜਿਹੇ ਵਿਅਕਤੀ ਸਮੱਸਿਆ ਨੂੰ ਕਿਸੇ ਮਾਹਰ ਨਾਲ ਵਿਚਾਰਨ ਲਈ ਜਾਂ ਇਲਾਜ ਕਰਵਾਉਣ ਲਈ ਤਿਆਰ ਨਹੀਂ ਹੁੰਦੇ, ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ ਕਿਧਰੇ ਵਾਸਤਵਿਕਤਾ ਦਾ ਪਤਾ ਹੀ ਨਾ ਲੱਗ ਜਾਵੇ। ਸਨਕੀ ਵਿਅਕਤੀ ਦਾ ਵਿਹਾਰ ਇਕਲੌਤੇ ਬੱਚੇ ਵਾਲਾ ਹੁੰਦਾ ਹੈ, ਜਿਸ ਨੂੰ ਲੈਣਾ ਹੀ ਆਉਂਦਾ ਹੈ, ਕੁਝ ਦੇਣ ਦੀ ਜਾਚ ਨਹੀਂ ਆਉਂਦੀ। ਪੁਰਸ਼ ਆਰਥਿਕ ਸਫਲਤਾ ਨੂੰ ਸਭ ਤੋਂ ਉੱਚੀ ਪ੍ਰਾਪਤੀ ਮੰਨਣ ਲੱਗ ਪਏ ਹਨ, ਸੋ ਸਾੜੇ ਦਾ ਬਹੁਤਾ ਸ਼ਿਕਾਰ ਉਹ ਇਸਤਰੀ ਪੁਰਸ਼ ਹੁੰਦੇ ਹਨ ਜਿਹੜੇ ਆਰਥਿਕ ਪੌੜੀ ਉੱਤੇ ਝਟਪਟ ਹੋਰ ਉੱਪਰ ਚੜ੍ਹਨਾ ਚਾਹੁੰਦੇ ਹਨ। ਅਜਿਹੇ ਕਿਸੇ ਪੁਰਸ਼ ਦੀ ਜੇ ਪਤਨੀ ਤਰੱਕੀ ਕਰ ਜਾਵੇ ਤਾਂ ਉਹ ਪੁਰਸ਼ ਆਪਣੇ ਆਪ ਨੂੰ ਪਛੜ ਗਿਆ ਅਨੁਭਵ ਕਰਦਾ ਹੈ। ਹੁਣ ਇਸਤਰੀਆਂ ਵੀ ਆਰਥਿਕ ਖੇਤਰ ਵਿੱਚ ਦਾਖਲ ਹੋ ਰਹੀਆਂ ਹਨ, ਸੋ ਉਹਨਾਂ ਦੇ ਵਿਹਾਰ ਵਿੱਚ ਵੀ ਇਹ ਦੋਸ਼ ਉਪਜਣੇ ਸੁਭਾਵਿਕ ਹਨ। ਪ੍ਰੇਮੀਆਂ ਵਿਚਕਾਰ ਸਾੜਾ ਨਵੀਂ ਗੱਲ ਨਹੀਂ, ਪਰ ਪਤੀ ਪਤਨੀ ਵਿਚਕਾਰ, ਭੈਣ ਭਰਾਵਾਂ ਵਿਚਕਾਰ, ਗੁਆਂਢੀਆਂ ਵਿਚਕਾਰ, ਸਹਿਕਰਮੀਆਂ ਵਿਚਕਾਰ, ਬਿਮਾਰ ਪਿਤਾ ਅਤੇ ਤੰਦਰੁਸਤ ਪੁੱਤਰ ਵਿਚਕਾਰ, ਨਲਾਇਕ ਪੁੱਤਰ ਅਤੇ ਵਿਦਵਾਨ ਪਿਤਾ ਵਿਚਕਾਰ, ਮਾਂ ਅਤੇ ਧੀ ਵਿਚਕਾਰ, ਡਿਪਟੀ ਅਤੇ ਮੁੱਖ ਵਿਚਾਰਕ, ਗੱਦੀਓਂ ਲੱਥੇ ਤੇ ਗੱਦੀ ਤੇ ਬੈਠੇ ਹਾਕਮਾਂ ਵਿਚਕਾਰ, ਖਲੋਤੀ ਸਵਾਰੀ ਅਤੇ ਸੁੱਤੀ ਸਵਾਰੀ ਵਿਚਕਾਰ ਵੀ ਰਿਸ਼ਤਾ ਸਾੜੇ ਵਾਲਾ ਬਣਦਾ ਜਾ ਰਿਹਾ ਹੈ। ਇਸ ਪ੍ਰਵਿਰਤੀ ਕਾਰਨ ਸਾਡੇ ਦੇਸ਼ ਵਿੱਚ ਹੁਣ ਜੇਲ੍ਹਾਂ, ਹਸਪਤਾਲ ਅਤੇ ਪਾਗਲਖਾਨਿਆਂ ਦੀ ਗਿਣਤੀ ਵਧੇਗੀ, ਕਿਉਂਕਿ ਇਹ ਥਾਵਾਂ ਹੁਣ ਮਾਨਸਿਕ ਰੋਗੀਆਂ ਅਤੇ ਸਨਕੀਆਂ ਲਈ ਘਰ ਬਣਨਗੀਆਂ। ਸਾੜੇ ਦਾ ਸ਼ਿਕਾਰ ਵਿਅਕਤੀ ਮਹਿੰਗੇ ਅਤੇ ਵਧੇਰੇ ਕੱਪੜੇ ਪਾਉਂਦਾ ਹੈ। ਉਹ 4 ਉਂਗਲਾਂ ਵਿੱਚ 5 ਛਾਪਾਂ ਪਾਵੇਗਾ। ਅਜਿਹਾ ਵਿਅਕਤੀ ਤੁਹਾਡੇ ਧਿਆਨ ਦਾ ਵਧੇਰੇ ਸਮਾਂ ਪ੍ਰਾਪਤ ਕਰਨ ਲਈ ਵਿੱਤੋਂ ਵੱਧ ਖਰਚ ਕਰੇਗਾ। ਅਜਿਹੇ ਵਿਅਕਤੀ ਦੀ ਨਜ਼ਰ ਉਹਨਾਂ ਪੱਖਾਂ ਉੱਤੇ ਹੀ ਪਵੇਗੀ ਜਿਨ੍ਹਾਂ ਵਿੱਚੋਂ ਉਹ ਨੁਕਸ ਕੱਢ ਸਕੇ। ਸਾੜੇ ਦਾ ਸ਼ਿਕਾਰ ਵਿਅਕਤੀ ਤੁਹਾਡੇ ਘਰ ਜਦੋਂ ਵੀ ਆਵੇਗਾ ਉਹ ਕਹੇਗਾ ਕਿ ਉਸ ਕੋਲ ਸਮਾਂ ਬਹੁਤ ਘੱਟ ਹੈ, ਪਰ ਉਹ ਜਾਣਾ ਹੀ ਭੁੱਲ ਜਾਵੇਗਾ। ਉਸ ਦੇ ਜਾਣ ਉਪਰੰਤ ਵੀ ਕਿੰਨਾ ਹੀ ਚਿਰ ਘਰ ਦੀ, ਪਰਿਵਾਰ ਦੀ ਸਮੁੱਚੀ ਸੁਰਤਾਲ ਵਿਗੜੀ ਰਹਿੰਦੀ ਹੈ।
ਹਰ ਇੱਕ ਵਿਅਕਤੀ ਨੇ ਸ਼ਿਕਾਇਤਾਂ ਦੀ ਇੱਕ ਸੂਚੀ ਚੁੱਕੀ ਹੁੰਦੀ ਹੈ। ਸਾਡੀ ਸਰੀਰਕ, ਭਾਵਕ ਅਤੇ ਮਾਨਸਿਕ ਤੰਦਰੁਸਤੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਸਾਡੀ ਇਹ ਸੂਚੀ ਕਿਤਨੀ ਛੋਟੀ ਵੱਡੀ ਹੈ। ਇਹ ਸਮਝਣਾ ਵੀ ਜ਼ਰੂਰੀ ਹੈ ਕਿ ਅਸੀਂ ਕਿਸੇ ਨੂੰ ਸਿੱਧਾ ਪਿਆਰ ਨਹੀਂ ਕਰਦੇ। ਉਹ ਸਾਡੇ ਬਾਰੇ ਕੀ ਸੋਚਦਾ ਤੇ ਸਾਡੇ ਲਈ ਕੀ ਕਰਦਾ ਹੈ, ਅਸੀਂ ਉਸ ਅਨੁਪਾਤ ਵਿੱਚ ਉਸ ਨੂੰ ਪਿਆਰ ਕਰਦੇ ਹਾਂ। ਜਿਹੜੇ ਆਪਣੇ ਆਪ ਨੂੰ ਤਾਂ ਮਾਫ਼ ਕਰ ਦਿੰਦੇ ਹਨ ਅਤੇ ਦੂਜਿਆਂ ਨੂੰ ਸਜ਼ਾ ਦੇਣੀ ਚਾਹੁੰਦੇ ਹਨ, ਉਹ ਹੰਢਣਸਾਰ ਰਿਸ਼ਤੇ ਨਹੀਂ ਉਸਾਰ ਸਕਦੇ। ਕਿਸੇ ਘੁੱਟਣ ਨੂੰ ਲਗਾਤਾਰ ਸਹਿਣ ਨਾਲ ਅਸੀਂ ਤਨ ਅਤੇ ਮਨ ਦੋਹਾਂ ਪੱਖਾਂ ਤੋਂ ਰੋਗੀ ਹੋ ਨਿਬੜਦੇ ਹਾਂ। ਜੇ ਤੁਸੀਂ ਕੋਈ ਰਿਸ਼ਤਾ ਹੰਢਣਸਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਹਿਣਸ਼ੀਲ ਬਣਨਾ ਪਵੇਗਾ। ਦੂਜੇ ਨੂੰ ਪੂਰਨ ਰੂਪ ਵਿੱਚ ਸਵੀਕਾਰਨਾ ਰਿਸ਼ਤੇ ਨੂੰ ਕੂਲਾ ਬਣਾਉਂਦਾ ਹੈ। ਜਿਹੜਾ ਵਿਅਕਤੀ ਤੁਹਾਡੇ ਨਾਲ ਠੀਕ ਤਰ੍ਹਾਂ ਪੇਸ਼ ਨਹੀਂ ਆਉਂਦਾ, ਉਸ ਬਾਰੇ ਪਤਾ ਕਰੋ ਕਿ ਕੀ ਉਹ ਕਿਸੇ ਨਾਲ ਠੀਕ ਤਰ੍ਹਾਂ ਪੇਸ਼ ਆਉਂਦਾ ਹੈ। ਜਿਹੜਾ ਸਾਰਿਆਂ ਨਾਲ ਠੀਕ ਤਰ੍ਹਾਂ ਪੇਸ਼ ਨਹੀਂ ਆਉਂਦਾ, ਉਸ ਨਾਲ ਨਾਰਾਜ਼ ਹੋਣ ਦਾ ਉਸ ਨੂੰ ਮਾਣ ਕਿਉਂ ਦਈਏ। ਇਹ ਜਾਣਨਾ ਵੀ ਜ਼ਰੂਰੀ ਹੈ ਕਿ ਸਾਡਾ ਜੀਵਨ ਜਾਂ ਸਾਡੀ ਖੁਸ਼ੀ ਕਿਸੇ ਇੱਕ ਵਿਅਕਤੀ ਉੱਤੇ ਨਿਰਭਰ ਨਹੀਂ ਕਰਦੀ। ਕੋਈ ਵੀ ਇਸ ਯੋਗ ਨਹੀਂ ਹੁੰਦਾ ਕਿ ਉਹ ਸਾਡਾ ਦੁਸ਼ਮਣ ਹੋਣ ਦੀ ਉੱਚੀ ਪਦਵੀ ਪ੍ਰਾਪਤ ਕਰ ਲਵੇ। ਜਦ ਤੱਕ ਤੁਸੀਂ ਨਹੀਂ ਚਾਹੁੰਦੇ, ਕੋਈ ਵੀ ਤੁਹਾਡੇ ਮਨ ਦਾ ਚੈਨ ਨਹੀਂ ਖੋ ਸਕਦਾ। ਹਰ ਕਿਸੇ ਉੱਤੇ ਦੋਸ਼ ਲੱਗਦੇ ਹਨ। ਜੇ ਦੋਸ਼ ਸਹੀ ਨਹੀਂ ਤਾਂ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ, ਪਰਿਸਥਿਤੀਆਂ ਆਪੇ ਹੀ ਤੁਹਾਨੂੰ ਸਹੀ ਅਤੇ ਨਿਰਦੋਸ਼ ਸਿੱਧ ਕਰ ਦੇਣਗੀਆਂ। ਜੇ ਦੋਸ਼ ਸਹੀ ਹਨ ਤਾਂ ਮਾਫ਼ੀ ਮੰਗਣ ਨਾਲੋਂ ਹੋਰ ਕੋਈ ਸੌਖਾ ਰਾਹ ਨਹੀਂ ਹੁੰਦਾ। ਮਾਫ਼ੀ ਦੂਜੇ ਵਿੱਚ ਮਾਫ਼ ਕਰਨ ਦੀ ਯੋਗਤਾ ਨੂੰ ਵੇਖ ਕੇ ਮੰਗਣੀ ਚਾਹੀਦੀ ਹੈ। ਗੁੱਸੇ ਅਤੇ ਨਫ਼ਰਤ ਨਾਲ ਉਬਲ ਰਹੇ ਵਿਅਕਤੀ ਨੂੰ ਸ਼ਾਂਤ ਅਤੇ ਚੁੱਪ ਰਹਿ ਕੇ ਹੀ ਹਰਾਇਆ ਜਾ ਸਕਦਾ ਹੈ। ਜਿਸ ਨੂੰ ਤੁਹਾਡੇ ਨਾਲ ਸਾੜਾ ਹੈ, ਉਸ ਪ੍ਰਤੀ ਮਿਹਰਬਾਨ ਹੋਣ ਵਿੱਚ ਦੇਰ ਨਹੀਂ ਲਾਉਣੀ ਚਾਹੀਦੀ, ਕਿਉਂਕਿ ਉਹ ਤੁਹਾਡੀਆਂ ਹੀ ਨਜ਼ਰਾਂ ਵਿੱਚ ਪ੍ਰਵਾਨ ਹੋਣਾ ਚਾਹੁੰਦਾ ਹੈ। ਤੁਹਾਡੇ ਵੱਲੋਂ ਮਾਨਤਾ ਅਤੇ ਪਛਾਣ ਮਿਲਣ 'ਤੇ ਉਹੀ ਵਿਅਕਤੀ ਤੁਹਾਡੇ ਸਹਿਯੋਗੀ ਅਤੇ ਪ੍ਰਸ਼ੰਸਕ ਹੋ ਨਿਬੜੇਗਾ। ਜੇ ਘਰ ਵਿੱਚ ਆਪਸੀ ਸੰਬੰਧ ਸੁਖਾਵੇਂ ਹੋਣ ਤਾਂ ਬੇਵਫਾਈ ਦੀ ਕੋਈ ਸੰਭਾਵਨਾ ਨਹੀਂ ਹੁੰਦੀ, ਪਰ ਜੇ ਕਿਸੇ ਦੇ ਬੁੱਲ ਛੁਰੀਆਂ ਬਣ ਜਾਣ ਤਾਂ ਬਾਹਰੋਂ ਮਾਨਤਾ ਪ੍ਰਾਪਤੀ ਲਈ ਯਤਨ ਰੋਕੇ ਨਹੀਂ ਜਾ ਸਕਦੇ। ਸ਼ੱਕੀ ਵਿਹਾਰ ਦੇ ਸ਼ਿਕਾਰ ਵਿਅਕਤੀ ਜਾਣਦੇ ਹੁੰਦੇ ਹਨ ਕਿ ਧੋਖੇ ਵਿੱਚ ਨਾ ਖੁਸ਼ੀ ਹੁੰਦੀ ਹੈ ਨਾ ਤਸੱਲੀ, ਸੋ ਧੋਖੇ ਵਾਲਾ ਰਿਸ਼ਤਾ ਹੰਢਣਸਾਰ ਨਹੀਂ ਹੁੰਦਾ। ਨਾਜਾਇਜ਼ ਸਬੰਧ ਉਸਾਰਨ ਅਤੇ ਧੋਖਾ ਦੇਣ ਤੋਂ ਪਹਿਲਾਂ ਲੱਖ ਵਾਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਥਿਤੀ ਸਾਵੀਂ ਸੁਖਾਵੀਂ ਹੋ ਜਾਵੇ। ਇਹ ਭੁੱਲਣਾ ਨਹੀਂ ਚਾਹੀਦਾ ਕਿ ਵਾਅਦਾ ਕਰਕੇ ਪੂਰਾ ਨਾ ਕਰ ਸਕਣਾ ਮਾਨਵ ਜਾਤੀ ਦਾ ਸੁਭਾਵਿਕ ਵਰਤਾਰਾ ਹੈ। ਦੂਜੇ ਅਕਸਰ ਸਾਡੀਆਂ ਆਸਾਂ ਉਮੀਦਾਂ ਉੱਤੇ ਪੂਰੇ ਨਹੀਂ ਉਤਰਦੇ, ਪਰ ਹਰ ਕਿਸੇ ਨੂੰ ਆਪਣੇ ਢੰਗ ਨਾਲ ਵਿਹਾਰ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਇਵੇਂ ਹੀ ਹਰ ਕਿਸੇ ਨੂੰ ਮੂਰਖ, ਸਵਾਰਥੀ, ਝੂਠਾ ਅਤੇ ਬੇਈਮਾਨ ਹੋਣ ਦਾ ਵੀ ਅਧਿਕਾਰ ਹੁੰਦਾ ਹੈ, ਕਿਉਂਕਿ ਅਸੀਂ ਵੀ ਜੀਵਨ ਵਿੱਚ ਝੂਠ ਬੋਲਿਆ ਹੁੰਦਾ ਹੈ ਅਤੇ ਕਈ ਵਾਰ ਬੇਈਮਾਨੀ ਵੀ ਕੀਤੀ ਹੁੰਦੀ ਹੈ। ਆਪਣੇ ਆਪ ਨੂੰ ਦੋਸ਼ ਦੇਣ ਦੀ ਥਾਂ ਆਪਣੇ ਆਪ ਨੂੰ ਸਵੀਕਾਰ ਕਰਨ ਅਤੇ ਦੂਜਿਆਂ ਨੂੰ ਉਹਨਾਂ ਦੀਆਂ ਘਾਟਾਂ ਦਾ ਦੋਸ਼ ਦੇਣ ਦੀ ਥਾਂ ਮੁਆਫ਼ ਕਰਨ ਦਾ ਹੁਨਰ ਜੇਕਰ ਤੁਹਾਡੇ ਵਿੱਚ ਹੈ ਤਾਂ ਭਾਵੇਂ ਤੁਸੀਂ ਧਨ ਦੇ ਪੱਖੋਂ ਗਰੀਬ ਹੀ ਹੋਵੋ, ਪਰ ਮਨ ਦੇ ਪੱਖੋਂ ਅਮੀਰ ਕਹਾਵੋਗੇ। ਤੁਹਾਡੇ ਵਿੱਚ ਸਾੜਾ ਨਹੀਂ ਉਪਜੇਗਾ। ਸਾਨੂੰ ਅਕਸਰ ਨਿਰਾਸ਼ਤਾ ਉਦੋਂ ਹੁੰਦੀ ਹੈ ਜਦੋਂ ਸਾਡੇ ਜਾਣੂ ਸਾਡਾ ਸਤਿਕਾਰ ਨਹੀਂ ਕਰਦੇ। ਇਹ ਆਸ ਕਰਨੀ ਹੀ ਗਲਤ ਹੈ, ਕਿਉਂਕਿ ਜੇ ਜਾਣੂਆਂ ਤੋਂ ਪਿਆਰ ਮਿਲੇਗਾ ਤਾਂ ਉਹੀ ਸਤਿਕਾਰ ਵੀ ਹੋਵੇਗਾ। ਸਤਿਕਾਰ ਦੀ ਤਲਾਸ਼ ਵਿੱਚ ਨਾ ਪਿਆਰ ਮਿਲਦਾ ਹੈ ਨਾ ਸਤਿਕਾਰ। ਸਨਕੀ ਅਤੇ ਪਾਟੇ ਹੋਏ ਵਿਅਕਤੀ ਦੀ ਦ੍ਰਿਸ਼ਟੀ ਸਤਿਕਾਰ ਪ੍ਰਾਪਤੀ ਉੱਤੇ ਹੁੰਦੀ ਹੈ, ਜਦੋਂ ਕਿ ਭਰੇ ਹੋਏ ਸੋਹਣੇ ਸੁਨੱਖੇ ਮਨੁੱਖ ਦੀ ਟੇਕ ਪਿਆਰ ਉੱਤੇ ਹੁੰਦੀ ਹੈ। ਅਸੀਂ ਜਦੋਂ ਸ਼ੱਕ, ਸਾੜੇ ਅਤੇ ਸਨਕੀਪੁਣੇ ਦਾ ਸ਼ਿਕਾਰ ਹੁੰਦੇ ਹਾਂ ਤਾਂ ਸਾਡੇ ਦੋਸਤ ਮਿੱਤਰ ਅਤੇ ਪਰਿਵਾਰ ਦੇ ਜੀਅ ਸਾਨੂੰ ਸਾਵਾਂ ਸੰਤੁਲਿਤ ਹੋਣ ਵਿੱਚ ਸਹਾਈ ਹੁੰਦੇ ਹਨ ਅਤੇ ਇਵੇਂ ਰੁਕਿਆ ਹੋਇਆ ਵਿਕਾਸ ਟੋਭੇ ਤੋਂ ਝੀਲ ਬਣ ਜਾਂਦਾ ਹੈ। ਸ਼ੱਕੀ ਅਤੇ ਸਨਕੀ ਵਿਹਾਰ ਦੇ ਪ੍ਰਮਾਣ ਦੇਣ ਦੀ ਥਾਂ ਸਾਨੂੰ ਅੰਤਾਂ ਦੇ ਭਰੋਸੇ ਅਤੇ ਸੱਚੇ ਵਿਸ਼ਵਾਸ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਜੇ ਤੁਹਾਨੂੰ ਆਪਣੀ ਯੋਗਤਾ ਅਤੇ ਸਮਰੱਥਾ ਨਾਲੋਂ ਵੱਧ ਕੁਝ ਪ੍ਰਾਪਤ ਕਰਨ ਦੀ ਇੱਛਾ ਨਹੀਂ ਤਾਂ ਨਾ ਤੁਸੀਂ ਕਿਸੇ ਉੱਤੇ ਸ਼ੱਕ ਕਰੋਗੇ, ਨਾ ਕਿਸੇ ਨਾਲ ਤੁਹਾਨੂੰ ਸਾੜਾ ਹੋਵੇਗਾ ਅਤੇ ਨਾ ਹੀ ਤੁਸੀਂ ਸਨਕੀ ਬਣੋਗੇ। ਸਾੜਾ, ਸ਼ੱਕ ਅਤੇ ਸਨਕੀਪੁਣਾ ਇੱਕ ਹੀ ਵਿਹਾਰ ਦੇ ਤਿੰਨ ਪੱਖ ਹੁੰਦੇ ਹਨ। ਕਿਸੇ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਅਸਫਲਤਾ ਦਾ ਕਾਰਨ ਕਿਸੇ ਹੋਰ ਵਿਅਕਤੀ ਨੂੰ ਮਿੱਥ ਲੈਣ ਨਾਲ ਜਿਹੜੇ ਭਾਵ ਉਪਜਦੇ ਹਨ ਉਹਨਾਂ ਨੂੰ ਸਾੜਾ ਕਹਿੰਦੇ ਹਨ। ਕਿਸੇ ਨਾਲ ਸਾੜਾ ਕਰਨ ਤੋਂ ਪਹਿਲਾਂ ਅਸੀਂ ਉਸ ਦੀ ਨੀਅਤ ਉੱਤੇ ਸ਼ੱਕ ਕਰਦੇ ਹਾਂ। ਜਦੋਂ ਸ਼ੱਕ ਅਤੇ ਸਾੜਾ ਪੂਰੀ ਤਰ੍ਹਾਂ ਸਾਨੂੰ ਗ੍ਰਿਫਤਾਰ ਕਰ ਲੈਣ ਤਾਂ ਜੀਵਨ ਪ੍ਰਤੀ ਜਿਹੜਾ ਦ੍ਰਿਸ਼ਟੀਕੋਣ ਅਸੀਂ ਅਪਣਾਉਂਦੇ ਹਾਂ ਉਸ ਨੂੰ ਸਨਕੀਪੁਣਾ ਕਹਿੰਦੇ ਹਨ। ਇੱਕ ਸਨਕੀ ਜਦੋਂ ਦੋ ਵਿਅਕਤੀਆਂ ਨੂੰ ਗੱਲਾਂ ਕਰਦੇ ਵੇਖਦਾ ਹੈ ਤਾਂ ਉਸ ਨੂੰ ਸ਼ੱਕ ਹੁੰਦਾ ਹੈ ਕਿ ਉਹ ਉਸ ਦੀਆਂ ਹੀ ਮਾੜੀਆਂ ਗੱਲਾਂ ਕਰ ਰਹੇ ਹੋਣਗੇ। ਜੇ ਉਸ ਦੀਆਂ ਗੱਲਾਂ ਨਹੀਂ ਹੋ ਰਹੀਆਂ ਹੁੰਦੀਆਂ ਤਾਂ ਉਸ ਨੂੰ ਸਾੜਾ ਹੁੰਦਾ ਹੈ ਕਿ ਉਹ ਕਿਸੇ ਹੋਰ ਦੀਆਂ ਗੱਲਾਂ ਕਿਉਂ ਕਰ ਰਹੇ ਹਨ।
ਉਹ ਸਾਰੇ ਉਸ ਦੀਆਂ ਚੰਗੀਆਂ ਗੱਲਾਂ ਕਿਉਂ ਨਹੀਂ ਕਰਦੇ। ਅਜਿਹੀ ਸਥਿਤੀ ਨੂੰ ਆਪਣੀ ਪਕੜ ਵਿੱਚ ਲੈਣ ਵਾਸਤੇ ਇਹੀ ਵਿਅਕਤੀ ਬਿਨਾਂ ਕਿਸੇ ਪ੍ਰਸੰਗ ਅਤੇ ਸੰਦਰਭ ਦੇ ਕਈ ਵਾਰ ਪਹਿਲਾਂ ਦੁਹਰਾਈਆਂ ਗੱਲਾਂ ਨੂੰ ਉੱਚੀ ਉੱਚੀ ਬੋਲਣ ਲੱਗ ਪਵੇਗਾ। ਜਦੋਂ ਦੂਜੇ ਉਕਤਾਹਟ ਕਾਰਨ ਚੁੱਪ ਰਹਿਣ ਨੂੰ ਹੀ ਬਿਹਤਰੀ ਸਮਝਣਗੇ ਤਾਂ ਇਹ ਸਨਕੀ ਵਿਅਕਤੀ ਇਸ ਭੁਲੇਖੇ ਦਾ ਸ਼ਿਕਾਰ ਹੋ ਜਾਵੇਗਾ ਕਿ ਸਾਰੇ ਉਸ ਦੇ ਦਿਲਚਸਪ ਗਿਆਨ ਦੀ ਦਾਤ ਦੇ ਰਹੇ ਹਨ। ਝੱਟ ਮਗਰੋਂ ਇਹ ਮੇਲਾ ਖਿੰਡਰ ਜਾਵੇਗਾ ਅਤੇ ਸਨਕੀ ਅਜਿਹੀ ਹੀ ਤਬਾਹੀ ਮਚਾਉਣ ਲਈ ਕਿਸੇ ਹੋਰ ਥਾਂ ਵੱਲ ਚਾਲੇ ਪਾ ਦੇਵੇਗਾ। ਜਦੋਂ ਸਾਨੂੰ ਕੋਈ ਸਨਕੀ ਮਿਲਦਾ ਹੈ ਤਾਂ ਅਸੀਂ ਉਸ ਨੂੰ ਮਿੱਟੀ ਘੱਟੇ ਵਾਲੀ ਹਨੇਰੀ ਵਾਂਗ ਜਾਂ ਅਚਾਨਕ ਆਈ ਮੁਸੀਬਤ ਵਾਂਗ, ਦੰਦਾਂ ਹੇਠ ਆਈ ਹਰੀ ਮਿਰਚ ਵਾਂਗ, ਚੁੰਮਣ ਵੇਲੇ ਆਈ ਉਬਾਸੀ ਵਾਂਗ, ਝੂਟਦਿਆਂ ਅਚਾਨਕ ਟੁੱਟੀ ਪੀਂਘ ਵਾਂਗ ਅਤੇ ਤੇਜ਼ ਚੱਲਦਿਆਂ ਲੱਗੇ ਠੁੱਡੇ ਵਾਂਗ ਹੀ ਸਵੀਕਾਰ ਕਰਦੇ ਹਾਂ। ਉਸ ਦਾ ਮਿਲਣਾ ਵਿਆਹ ਵਾਲੇ ਦਿਨ ਮੀਂਹ ਪੈਣ ਵਾਂਗ ਲੱਗਦਾ ਹੈ। ਬਹੁਤੇ ਮਹਿਮਾਨ ਸਾਨੂੰ ਆ ਕੇ ਖੁਸ਼ੀ ਦਿੰਦੇ ਹਨ, ਪਰ ਸਾੜੇ ਦੇ ਮਾਰੇ ਸ਼ੱਕੀ ਸੁਭਾਅ ਵਾਲੇ ਸਨਕੀ ਮਹਿਮਾਨ ਸਾਨੂੰ ਜਾ ਕੇ ਖੁਸ਼ੀ ਦਿੰਦੇ ਹਨ। ਇਹਨਾਂ ਨੂੰ ਮਿਲ ਕੇ ਰੱਬ ਯਾਦ ਆਉਂਦਾ ਹੈ, ਜਿਸ ਨੇ ਇਹਨਾਂ ਨੂੰ ਇਸ ਵਿਸ਼ਾਲ ਸੰਸਾਰ ਵਿੱਚ ਉਤਾਰਿਆ ਹੁੰਦਾ ਹੈ। ਅਸੀਂ ਸੋਚਦੇ ਹਾਂ ਕਿ ਰੱਬ ਵੀ ਪਛਤਾ ਰਿਹਾ ਹੋਵੇਗਾ। ਸਨਕੀ ਇੱਕ ਮਾਨਸਿਕ ਰੋਗੀ ਹੁੰਦਾ ਹੈ, ਪਰ ਉਹ ਸਦਾ ਹੀ ਲੰਮੀ ਉਮਰ ਭੋਗਦਾ ਹੈ, ਕਿਉਂਕਿ ਉਹ ਆਪਣੇ ਘਰ ਨੂੰ ਹਸਪਤਾਲ ਵਿੱਚ ਬਦਲ ਕੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਦਵਾਈ ਵਾਂਗ ਲੈਂਦਾ ਹੈ। ਬਹੁਤੀਆਂ ਥਾਵਾਂ ਉੱਤੇ ਆਪਣੀ ਭੰਡਣ ਯੋਗਤਾ ਨਾਲ ਅਹੁਦੇਦਾਰ ਬਣ ਕੇ ਸਨਕੀ ਵਿਅਕਤੀ ਹਰ ਨਵੀਂ ਗੱਲ ਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਕੇ ਉਸ ਨੂੰ ਰੱਦ ਕਰਨ ਲਈ ਨਿਰੰਤਰ ਤਤਪਰ ਅਤੇ ਉਦਮਸ਼ੀਲ ਰਹਿੰਦਾ ਹੈ। ਹਰੇਕ ਸਨਕੀ ਵਿਅਕਤੀ ਨੂੰ ਇਹ ਭਰਮ ਹੁੰਦਾ ਹੈ ਕਿ ਗਿਆਨ ਉਹੀ ਹੈ ਜੋ ਕੁਝ ਉਹ ਜਾਣਦਾ ਹੈ, ਬਾਕੀ ਸਭ ਅਗਿਆਨਤਾ ਹੈ। ਉਹ ਆਪਣੇ ਨਿਰਧਾਰਤ ਕੰਮ ਨੂੰ ਨਹੀਂ ਕਰਦਾ ਅਤੇ ਜਿਹੜਾ ਉਸ ਦਾ ਖੇਤਰ ਨਹੀਂ ਹੁੰਦਾ ਉਸ ਵਿੱਚ ਉਹ ਆਪਣੇ ਆਪ ਨੂੰ ਮਾਹਰ ਸਮਝਦਾ ਹੈ। ਸਨਕੀ ਆਮ ਕਰਕੇ ਮੁਹਾਵਰਾ ਦੋਸਤੀ ਵਾਲਾ ਵਰਤਦੇ ਹਨ, ਪਰ ਗਾਲਾਂ ਦੁਸ਼ਮਣਾਂ ਵਾਲੀਆਂ ਕੱਢਦੇ ਹਨ। ਸਨਕੀਆਂ ਦਾ ਆਪਣਾ ਆਪ ਤਾਂ ਹੀ ਉੱਚਾ ਹੁੰਦਾ ਹੈ ਜੇ ਬਾਕੀ ਡਿੱਗ ਪੈਣ, ਸੋ ਇਹ ਆਪਣੇ ਆਪ ਨੂੰ ਉਸਾਰਨ ਲਈ ਹਰ ਕਿਸੇ ਨੂੰ ਡੇਗਣ ਵਾਸਤੇ ਉਸ ਨੂੰ ਆਪਣਾ ਦੁਸ਼ਮਣ ਗਰਦਾਨਦੇ ਹਨ। ਸਾੜਾ ਇੱਕ ਅਜਿਹੀ ਭਾਵਨਾ ਹੈ ਜਿਸ ਤੋਂ ਕੋਈ ਵੀ ਬਚ ਨਹੀਂ ਸਕਦਾ। ਆਮ ਕਰਕੇ ਇਹ ਭਾਵਨਾ ਬੇਕਾਬੂ ਨਹੀਂ ਹੁੰਦੀ, ਪਰ ਜਿੱਥੇ ਅਤੇ ਜਦੋਂ ਬੇਕਾਬੂ ਹੋ ਜਾਵੇ ਤਾਂ ਪਿੱਛੇ ਨਹੀਂ ਮੁੜਿਆ ਜਾ ਸਕਦਾ। ਸਾੜੇ ਅਤੇ ਈਰਖਾ ਨਾਲ ਸੜ ਰਿਹਾ ਵਿਅਕਤੀ ਪਿਆਰ ਅਤੇ ਮਾਣਤਾ ਲਈ ਤਰਲਾ ਕਰਦਾ ਹੈ, ਪਰ ਜਿਸ ਤੋਂ ਉਹ ਪਿਆਰ ਅਤੇ ਮਾਣਤਾ ਮੰਗਦਾ ਹੈ ਉਸ ਨੂੰ ਉਹ ਤਬਾਹ ਕਰਨ ਦੇ ਰਾਹ ਪੈ ਜਾਂਦਾ ਹੈ। ਗਹਿਣੇ ਆਮ ਕਰਕੇ ਆਪਣੀ ਸੁੰਦਰਤਾ ਵਧਾਉਣ ਲਈ ਪਾਏ ਜਾਂਦੇ ਹਨ, ਪਰ ਕਈ ਵਾਰ ਉਦੇਸ਼ ਦੂਜਿਆਂ ਨੂੰ ਵਿਖਾ ਕੇ ਸਾੜਾ ਪੁਜਾਉਣਾ ਵੀ ਹੁੰਦਾ ਹੈ। ਇੱਥੇ ਸਾੜਾ ਗਹਿਣੇ ਪਾਉਣ ਵਾਲੀ ਇਸਤਰੀ ਵਿੱਚ ਹੁੰਦਾ ਹੈ, ਉਸ ਨੂੰ ਵੇਖਣ ਵਾਲੀ ਇਸਤਰੀ ਵਿੱਚ ਨਹੀਂ। ਤੁਸੀਂ ਭਾਵੇਂ ਸਾੜੇ ਦਾ ਸ਼ਿਕਾਰ ਨਾ ਹੋਵੋ, ਪਰ ਜਿਨ੍ਹਾਂ ਨੂੰ ਤੁਹਾਡੇ ਨਾਲ ਸਾੜਾ ਹੈ ਉਹਨਾਂ ਤੋਂ ਕਿਵੇਂ ਬਚੋਗੇ? ਇਸ ਲਈ ਜਿਹੜਾ ਵਿਅਕਤੀ ਤੁਹਾਡੇ ਸਾਹਮਣੇ ਫੜਾਂ ਅਤੇ ਸ਼ੇਖੀਆਂ ਮਾਰੇ ਉਸ ਨਾਲ ਚੰਗੀ ਤਰ੍ਹਾਂ ਪੇਸ਼ ਆਵੋ, ਕਿਉਂਕਿ ਉਹ ਤੁਹਾਡੇ ਤੋਂ ਮਾਨਤਾ ਦਾ ਦਾਨ ਮੰਗ ਰਿਹਾ ਹੈ। ਜਿਵੇਂ ਗ੍ਰਹਿਣ ਲੱਗਣ ਉੱਤੇ ਕੁਝ ਲੋਕ ਦਾਨ ਪੁੰਨ ਮੰਗਦੇ ਹਨ, ਰੱਬ ਇਸ ਲਈ ਸਾੜੇ ਤੋਂ ਮੁਕਤ ਹੈ ਕਿਉਂਕਿ ਉਹ ਇੱਕ ਹੈ। ਸੰਤ ਨੂੰ ਸੰਤ ਨਾਲ ਅੰਤਾਂ ਦਾ ਸਾੜਾ ਹੁੰਦਾ ਹੈ। ਇਵੇਂ ਹੀ ਵਿਦਵਾਨ ਨੂੰ ਵਿਦਵਾਨ ਨਾਲ, ਧਨਵਾਨ ਨੂੰ ਧਨਵਾਨ ਨਾਲ, ਅਦਾਕਾਰ ਨੂੰ ਅਦਾਕਾਰ ਨਾਲ, ਸੰਗੀਤਕਾਰ ਨੂੰ ਸੰਗੀਤਕਾਰ ਨਾਲ, ਮੰਗਤੇ ਨੂੰ ਮੰਗਤੇ ਨਾਲ, ਅਰਥਾਤ ਆਪਣੇ ਹੀ ਖੇਤਰ ਦੇ ਕਿਸੇ ਵਿਅਕਤੀਆਂ ਨਾਲ ਹੀ ਸਾੜਾ ਸੰਭਵ ਹੁੰਦਾ ਹੈ। ਜਿਨ੍ਹਾਂ ਲੋਕਾਂ ਦੀ ਜਾਣ ਪਛਾਣ ਦਾ ਘੇਰਾ ਵਿਸ਼ਾਲ ਹੁੰਦਾ ਹੈ ਉਹਨਾਂ ਦੀ ਮਾਨਤਾ ਦੀ ਭੁੱਖ ਸਹਿਜ ਹੀ ਸ਼ਾਂਤ ਹੋ ਜਾਂਦੀ ਹੈ ਅਤੇ ਉਹ ਸੰਕੀਰਣਤਾ ਤੋਂ ਮੁਕਤ ਹੋ ਜਾਂਦੇ ਹਨ। ਪਰ ਫਿਰ ਵੀ ਕੁਝ ਅਜਿਹਾ ਜ਼ਰੂਰ ਹੁੰਦਾ ਹੈ ਜਿਹੜਾ ਉਹਨਾਂ ਨੂੰ ਹੋਏ ਅਪਮਾਨ ਜਾਂ ਖੋਹੇ ਅਵਸਰ ਦੀ ਯਾਦ ਦਿਵਾਉਂਦਾ ਰਹਿੰਦਾ ਹੈ ਅਤੇ ਇਹ ਯਾਦ ਆਉਂਦਿਆਂ ਹੀ ਉਹਨਾਂ ਦੇ ਵਿਹਾਰ ਵਿੱਚ ਅਚਾਨਕ ਤਬਦੀਲੀ ਆ ਜਾਂਦੀ ਹੈ ਅਤੇ ਸਾੜੇ, ਈਰਖਾ ਅਤੇ ਸਨਕੀਪਣ ਦੇ ਭਾਵ ਪ੍ਰਚੰਡ ਹੋ ਜਾਂਦੇ ਹਨ। ਸੋ ਦੋਸਤੋ, ਇਸ ਦੇ ਨਾਲ ਹੀ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਾਂਗੇ ਇਸ ਤੋਂ ਅਗਲੇ ਲੇਖ ਨਾਲ। ਧੰਨਵਾਦ।